Attention Outlook। ਜਦੋਂ ਕੋਈ ਇਨਸਾਨ ਮਰ ਜਾਵੇ ਤਾਂ ਵੱਖ-ਵੱਖ ਧਰਮਾਂ ਦੇ ਆਪੋ ਆਪਣੇ ਰੀਤੀ ਰਿਵਾਜ ਹਨ। ਕੁਝ ਧਰਮਾਂ ਦੇ ਵਿੱਚ ਮੁਰਦੇ ਨੂੰ ਦਫਨਾਇਆ ਜਾਂਦਾ ਹੈ, ਕੁਝ ਦੇ ਵਿੱਚ ਸਾੜਿਆ ਜਾਂਦਾ ਹੈ, ਸੰਸਕਾਰ ਕੀਤਾ ਜਾਂਦਾ ਹੈ, ਤੇ ਕੁਝ ਇੱਕ ਅਜਿਹੇ ਵੀ ਹਨ ਜਿਨ੍ਹਾਂ ਦੇ ਵਿੱਚ ਮੁਰਦੇ ਨੂੰ ਜੰਗਲੀ ਜਾਨਵਰਾਂ ਦੇ ਖਾਣ ਲਈ ਛੱਡ ਦਿੱਤਾ ਜਾਂਦਾ ਹੈ। ਜ਼ਾਹਰ ਜਿਹੀ ਗੱਲ ਹੈ ਕਿ ਹਰ ਧਰਮ ਦੇ ਆਪਣੇ ਰਿਵਾਜ ਦੇ ਪਿੱਛੇ ਉਹਨਾਂ ਦੀ ਆਪਣੀ ਇੱਕ ਫਿਲਾਸਫੀ ਹੈ। ਇੱਥੇ ਗੁਰੂ ਨਾਨਕ ਸਾਹਿਬ ਆਪਣਾ ਇੱਕ ਪੱਖ ਪੇਸ਼ ਕਰਦੇ ਹਨ, ਇੱਕ ਭੇਤ ਦੀ ਗੱਲ ਸਾਨੂੰ ਦੱਸਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 466ਵੇਂ ਅੰਗ 'ਤੇ ਵਿਰਾਜਮਾਨ ਗੁਰਬਾਣੀ ਦੇ ਰਾਹੀਂ। ਦੂਜੀ ਵੱਡੀ ਗੱਲ ਅੱਜ ਦੇ ਅੰਗ ਦੀ ਗੁਰਬਾਣੀ ਦੇ ਵਿੱਚ ਜੋ ਅਸੀਂ ਸਿੱਖਾਂਗੇ ਉਹ ਹੈ ਕਿ ਮਨੁੱਖ ਆਪਣੀ ਹਸਤੀ ਨੂੰ ਜੋ ਪਰਮਾਤਮਾ ਨਾਲੋਂ ਵੱਖਰੀ ਕਰਕੇ ਜਾਣਦਾ ਹੈ, ਜਾਂ ਜਿਹੜੇ ਵੀ ਮਨੁੱਖ ਆਪਣੀ ਹਸਤੀ ਨੂੰ ਵੱਖਰਾ ਕਰਕੇ ਜਾਣਦੇ ਨੇ ਪਰਮਾਤਮਾ ਦੀ ਹਸਤੀ ਦੇ ਨਾਲੋਂ, ਉਹਨਾਂ ਦੀ ਆਤਮਿਕ ਅਵਸਥਾ ਕਿਹੋ ਜਿਹੀ ਹੁੰਦੀ ਹੈ, ਕਿਹੜੀਆਂ ਆਤਮਿਕ ਔਕੜਾਂ ਦੇ ਵਿੱਚੋਂ ਦੀ ਉਹਨਾਂ ਨੂੰ ਲੰਘਣਾ ਪੈਂਦਾ ਹੈ, ਤੇ ਇਹਨਾਂ ਔਕੜਾਂ ਵਿੱਚੋਂ ਦੀ ਲੰਘਣ ਤੋਂ ਉਹ ਬਚ ਕਿਉਂ ਨਹੀਂ ਸਕਦੇ, ਕਿਉਂ ਉਹਨਾਂ ਨੂੰ ਲੰਘਣਾ ਹੀ ਪੈਂਦਾ ਹੈ। ਸੋ ਆਓ ਸ਼ੁਰੂਆਤ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 466ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ। ਮਹਿਲਾ ਪਹਿਲਾ। ਮਿੱਟੀ ਮੁਸਲਮਾਨ ਕੀ ਭੇੜੈ ਪਈ ਕੁਮਿਆਰ, ਕੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬੱਪੁੜੀ ਝੜ ਝੜ ਪਵੈ ਅੰਗਿਆਰ, ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ। ਇਸਲਾਮ ਦੇ ਵਿੱਚ ਇਹ ਖਿਆਲ ਹੈ, ਮੁਸਲਮਾਨ ਲੋਕ ਇਹ ਖਿਆਲ ਕਰਦੇ ਨੇ ਕਿ ਮਰਨ ਤੋਂ ਪਿੱਛੋਂ ਜਿਨ੍ਹਾਂ ਦਾ ਸਰੀਰ ਸਾੜਿਆ ਜਾਂਦਾ ਹੈ ਉਹ ਦੋਜ਼ਖ ਦੀ ਅੱਗ ਵਿੱਚ ਸੜਦੇ ਹਨ। ਪਰ ਗੁਰੂ ਸਾਹਿਬ ਕਹਿੰਦੇ, ਕਿਉਂਕਿ ਮੁਸਲਮਾਨ ਮੁਰਦਿਆਂ ਨੂੰ ਦਫਨਾਉਂਦੇ ਹਨ, ਗੁਰੂ ਸਾਹਿਬ ਕਹਿੰਦੇ ਕਿ ਜਿੱਥੇ ਉਹ ਦਫਨਾਏ ਜਾਂਦੇ ਨੇ ਕਈ ਵਾਰ ਉਸ ਥਾਂ ਦੀ ਮਿੱਟੀ ਜੋ ਹੈ ਉਹ ਘੁਮਿਆਰ ਦੇ ਹੱਥ ਲੱਗ ਜਾਂਦੀ ਹੈ, ਘੁਮਿਆਰ ਦੇ ਵੱਸ ਪੈ ਜਾਂਦੀ ਹੈ, ਤੇ ਘੁਮਿਆਰ ਉਸ ਮਿੱਟੀ ਨੂੰ ਭਾਂਡੇ ਬਣਾਉਣ ਦੇ ਲਈ ਲੈ ਆਉਂਦਾ ਹੈ, ਉਹਨੂੰ ਘੜ ਕੇ ਭਾਂਡੇ ਬਣਾਉਂਦਾ ਹੈ, ਇੱਟਾਂ ਬਣਾਉਂਦਾ ਹੈ, ਤੇ ਜ਼ਾਹਿਰ ਜਿਹੀ ਗੱਲ ਹੈ ਕਿ ਉਹਨਾਂ ਨੂੰ ਭੱਠੀ ਦੇ ਵਿੱਚ ਵੀ ਪਾਉਂਦਾ ਪੱਕਣ ਦੇ ਲਈ। ਸੋ ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ, ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ। ਤਾਂ ਗੁਰੂ ਸਾਹਿਬ ਕਹਿੰਦੇ ਕਿ ਉਹ ਮਿੱਟੀ ਫਿਰ ਸੜਦੀ ਹੋਈ ਪੁਕਾਰ ਕਰਦੀ ਹੈ। ਜਲ ਜਲ ਰੋਵੈ ਬੱਪੁੜੀ ਝੜ ਝੜ ਪਵੈ ਅੰਗਿਆਰ, ਸੜ ਕੇ ਵਿਚਾਰੀ ਰੋਂਦੀ ਹੈ, ਉਸ ਵਿੱਚੋਂ ਅੰਗਿਆਰੇ ਝੜ ਝੜ ਕੇ ਡਿੱਗਦੇ ਹਨ। ਇੱਕ ਕਿਸਮ ਦਾ ਕਟਾਕਸ਼ ਗੁਰੂ ਸਾਹਿਬ ਨੇ ਉਸ ਖਿਆਲ ਦੇ ਉੱਪਰ ਕੀਤਾ ਹੈ ਕਿ ਜੇ ਮੁਰਦੇ ਨੂੰ ਸਾੜਿਆ ਜਾਵੇ ਤੇ ਉਹਦੀ ਜੋ ਜੀਵਾਤਮਾ ਹੈ ਉਹ ਦੋਜ਼ਖ ਦੀ ਅੱਗ ਵਿੱਚ ਸੜਦੀ। ਅਸਲ ਗੱਲ ਜੋ ਹੈ ਉਹ ਗੁਰੂ ਸਾਹਿਬ ਕਹਿੰਦੇ, ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ। ਕਿ ਅਸਲ ਗੱਲ ਤਾਂ ਇਹ ਹੈ ਕਿ ਦੋਜ਼ਖ ਦਾ ਜਾਂ ਮੁਕਤੀ ਦਾ ਮੁਰਦੇ ਦੇ ਸਰੀਰ ਨੂੰ ਸਾੜਨ ਜਾਂ ਦੱਬਣ ਨਾਲ ਕੋਈ ਸੰਬੰਧ ਨਹੀਂ। ਹੇ ਨਾਨਕ, ਜਿਸ ਕਰਤਾਰ ਨੇ ਜਗਤ ਦੀ ਮਾਇਆ ਰਚੀ ਹੈ, ਜਿਨ ਕਰਤੈ ਕਾਰਨ ਕੀਆ, ਜਿਸ ਨੇ ਜਗਤ ਦਾ ਇਹ ਪ੍ਰਬੰਧ ਬਣਾਇਆ, ਇਹ ਨਿਯਮ ਸਾਜਿਆ ਕਿ ਜੋ ਚੀਜ਼ ਪੈਦਾ ਹੋਈ ਉਹਨੇ ਖਤਮ ਵੀ ਹੋਣੀ। ਸੋ ਜਾਣੈ ਕਰਤਾਰ, ਉਹ ਕਰਤਾਰ ਆਪ ਹੀ ਜਾਣਦਾ ਹੈ ਕਿ ਜਦੋਂ ਉਹ ਚੀਜ਼ ਖਤਮ ਹੋ ਗਈ, ਜਦੋਂ ਕੋਈ ਜੀਵ ਮਰ ਗਿਆ, ਉਹਦੇ ਮਰਨ ਤੋਂ ਬਾਅਦ ਉਹਦਾ ਹੁੰਦਾ ਕੀ ਹੈ, ਇਸ ਅਸਲ ਭੇਦ ਨੂੰ ਉਹ ਕਰਤਾਰ ਆਪ ਹੀ ਜਾਣਦਾ। ਸੋ ਇਹ ਝਗੜਾ ਵਿਅਰਥ ਹੈ ਕਿ ਅਸੀਂ ਕਹੀ ਜਾਈਏ ਕਿ ਸਾੜਨ ਦੇ ਨਾਲ ਕੋਈ ਦੋਜ਼ਖ ਦੇ ਵਿੱਚ ਪੈ ਜਾਂਦਾ, ਦੱਬਣ ਦੇ ਨਾਲ ਨਹੀਂ ਪੈਂਦਾ। ਪੌੜੀ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਪਾਇਓ ਤੇ ਪਾਇਆ ਦੋਨਾਂ ਦਾ ਅਰਥ ਇੱਕੋ ਹੀ ਹੈ। ਦੋਵੇਂ ਹੀ
ਪਾਸਟ ਜਾਣੀ ਕਿ ਭੂਤਕਾਲ ਨੂੰ ਦਰਸਾਉਂਦੇ ਨੇ। ਵਿਚਾਰ ਦੇ ਉੱਪਰ, ਸਿੱਖਿਆ ਦੇ ਉੱਪਰ, ਸਬਕ ਦੇ ਉੱਪਰ ਜ਼ੋਰ ਦੇਣ ਦੇ ਲਈ ਇਹ ਪੰਕਤੀ ਦੁਹਰਾਈ ਗਈ ਹੈ ਕਿ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਕਿਸੇ ਵੀ ਮਨੁੱਖ ਨੇ ਜਗਜੀਵਨ ਦਾਤਾ ਉਹ ਪ੍ਰਮਾਤਮਾ ਸਤਿਗੁਰੂ ਤੋਂ ਬਿਨਾ ਨਹੀਂ ਪਾਇਆ। ਕਿਸੇ ਵੀ ਮਨੁੱਖ ਨੂੰ ਉਹ ਪ੍ਰਮਾਤਮਾ ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਹੀਂ ਮਿਲਿਆ, ਨਹੀਂ ਲੱਭਿਆ। ਸਤਿਗੁਰ ਵਿੱਚ ਆਪ ਰੱਖਿਓ, ਉਸ ਪ੍ਰਮਾਤਮਾ ਨੇ ਆਪਣੇ ਆਪ ਨੂੰ ਸਤਿਗੁਰੂ ਦੇ ਅੰਦਰ ਰੱਖਿਆ ਹੋਇਆ ਹੈ, ਭਾਵ ਕਿ ਗੁਰੂ ਦੇ ਅੰਦਰ ਸਾਖਿਆਤ ਕੀਤਾ ਹੋਇਆ ਹੈ। ਤੇ ਗੁਰੂ ਸਾਹਿਬ ਕਹਿੰਦੇ ਕਰ ਪ੍ਰਗਟ ਆਖ ਸੁਣਾਇਆ ਕਿ ਅਸਾਂ ਨੇ ਇਹ ਗੱਲ ਹੁਣ ਖੁੱਲ੍ਹਮ ਖੁੱਲ੍ਹਾ ਆਖ ਕੇ ਸੁਣਾ ਦਿੱਤੀ ਹੈ। ਕਿਸੇ ਤੋਂ ਇਸ ਗੱਲ ਦਾ ਲੁਕੋ ਨਹੀਂ ਰੱਖਿਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਜੇ ਇਹੋ ਜਿਹਾ ਗੁਰੂ ਜਿਹਨੇ ਆਪਣੇ ਅੰਦਰੋਂ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ, ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮੁਕਤ ਹੋ ਜਾਣ ਮਾਇਕ ਬੰਧਨਾਂ ਤੋਂ। ਜਗਤ ਦੇ ਵਿੱਚ ਮਾਇਆ ਦੇ ਵੱਧਦੇ ਪ੍ਰਭਾਵ ਦੇ ਮੱਦੇ ਨਜ਼ਰ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਲਾਹੀ ਗੁਰੂ ਦੀ ਪਦਵੀ ਦਿੱਤੀ। ਸਿੱਖਾਂ ਨੂੰ ਹੁਕਮ ਕੀਤਾ ਕਿ ਗੁਰੂ ਮੰਨਿਓ ਗ੍ਰੰਥ, ਕਿ ਗ੍ਰੰਥ ਸਾਹਿਬ ਨੂੰ ਤੁਸੀਂ ਹੁਣ ਤੋਂ ਗੁਰੂ ਮੰਨਿਓ। ਗ੍ਰੰਥ ਸਾਹਿਬ ਦੇ ਵਿੱਚ ਜੋ ਗੁਰਬਾਣੀ ਦਰਜ ਹੈ, ਜੋ ਸਿੱਖਿਆਵਾਂ ਹਨ, ਗੁਰੂ ਦੀਆਂ ਸਿੱਖਿਆਵਾਂ ਹਨ, ਮਾਇਕ ਬੰਧਨਾਂ ਤੋਂ ਆਜ਼ਾਦ ਹਨ। ਗੁਰਬਾਣੀ ਦੇ ਉੱਪਰ ਕਿਸੇ ਪ੍ਰਕਾਰ ਦੀ ਮਾਇਆ ਦਾ ਕੋਈ ਪ੍ਰਭਾਵ ਨਹੀਂ। ਹਾਲਾਂਕਿ ਬਹੁਤ ਲੋਕ ਕੋਸ਼ਿਸ਼ ਕਰਦੇ ਨੇ ਇਸ ਪ੍ਰਭਾਵ ਨੂੰ ਪਾਉਣ ਦੀ, ਪਰ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਮਾਇਕ ਪਦਾਰਥਾਂ ਦਾ ਕੋਈ ਪ੍ਰਭਾਵ ਨਹੀਂ। ਇਹ ਤਾਂ ਜਿਸ ਪ੍ਰਕਾਰ ਗੁਰੂ ਸਾਹਿਬ ਕਹਿੰਦੇ ਕਿ ਕਰ ਪ੍ਰਗਟ ਆਖ ਸੁਣਾਇਆ, ਕਿ ਜਿਵੇਂ ਉਹ ਵਿਚਾਰ ਖੁੱਲ੍ਹਮ ਖੁੱਲ੍ਹਾ ਗੁਰੂ ਸਾਹਿਬ ਕਹਿੰਦੇ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ, ਉਸੇ ਪ੍ਰਕਾਰ ਹੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਸਾਡੇ ਸਾਹਮਣੇ ਖੁੱਲ੍ਹਮ ਖੁੱਲ੍ਹਾ ਪਈ ਹੈ। ਅਸੀਂ ਪੜ੍ਹੀਏ, ਸਮਝੀਏ, ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ। ਇਹੀ ਕਿਰਪਾ ਹੈ ਗੁਰੂ ਸਾਹਿਬ ਦੀ। ਇਸ ਕਿਰਪਾ ਨੂੰ ਅਸੀਂ ਮਾਇਕ ਪਦਾਰਥਾਂ ਦੇ ਨਾਲ ਖਰੀਦ ਨਹੀਂ ਸਕਦੇ। ਅਸੀਂ ਕਹਿ ਦਈਏ ਕਿ ਅਸੀਂ ਇੰਨੇ ਹਜ਼ਾਰਾਂ ਰੁਪਏ ਜਾਂ ਆਹ ਚੀਜ਼ ਕਿਸੇ ਨੂੰ ਦੇ ਦੇਣੀ ਹੈ ਕਿ ਸਾਡੇ ਬਿਹਾਫ 'ਤੇ ਉਹ ਬੰਦਾ ਪਾਠ ਕਰੇ, ਅਸੀਂ ਸੁਣੀਏ ਵੀ ਨਾ, ਸਮਝੀਏ ਵੀ ਨਾ, ਲਾਗੂ ਕਰਨਾ ਤਾਂ ਦੂਰ ਦੀ ਗੱਲ ਹੈ। ਅਤੇ ਫਿਰ ਅਸੀਂ ਇਹ ਸੋਚੀਏ ਕਿ ਸਾਡੇ 'ਤੇ ਕਿਰਪਾ ਹੋ ਜਾਏਗੀ, ਤੁਹਾਡੇ 'ਤੇ ਨਹੀਂ ਹੋਣੀ। ਜਿਹੜਾ ਬੰਦਾ ਪਾਠ ਕਰ ਰਿਹਾ ਹੈ, ਜਿਹੜਾ ਸੁਣ ਰਿਹਾ ਹੈ, ਜਿਹੜਾ ਸਮਝ ਰਿਹਾ ਹੈ ਅਤੇ ਆਪਣੇ ਜੀਵਨ 'ਚ ਲਾਗੂ ਵੀ ਕਰ ਰਿਹਾ ਹੈ ਉਹਨਾਂ ਸਿੱਖਿਆਵਾਂ ਨੂੰ, ਕਿਰਪਾ ਉਹਦੇ 'ਤੇ ਹੋਣੀ ਹੈ। ਗੁਰੂ ਸਾਨੂੰ ਮਿਲ ਗਿਆ, ਜਿਨ ਵਿੱਚੋਂ ਮੋਹ ਚੁਕਾਇਆ। ਉਹ ਗੁਰੂ ਜਿਹਨੇ ਆਪਣੇ ਵਿੱਚੋਂ ਮੋਹ ਚੁਕਾਇਆ ਹੋਇਆ ਹੋਵੇ, ਜਿਸ ਗੁਰੂ ਦੇ ਉੱਪਰ ਮਾਇਕ ਪਦਾਰਥਾਂ ਦਾ ਪ੍ਰਭਾਵ ਨਾ ਹੋਵੇ, ਉਹ ਗੁਰੂ ਸਾਨੂੰ ਮਿਲ ਗਿਆ। ਸਤਿਗੁਰ ਮਿਲਿਆ ਸਦਾ ਮੁਕਤ ਹੈ। ਅਸੀਂ ਗੁਰੂ ਦੇ ਨਾਲ ਸਾਂਝ ਪਾਈਏ ਅਤੇ ਅਸੀਂ ਵੀ ਮੁਕਤੀ ਹਾਸਲ ਕਰੀਏ, ਮਾਇਕ ਬੰਧਨਾਂ ਤੋਂ ਅਸੀਂ ਵੀ ਆਜ਼ਾਦ ਹੋ ਜਾਈਏ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ। ਹੋਰ ਸਾਰੀਆਂ ਸਿਆਣਪਾਂ ਨਾਲੋਂ ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਹੈ, ਉਸ ਨੂੰ ਜਗਜੀਵਨ ਦਾਤਾ ਮਿਲ ਪਿਆ ਹੈ, ਜਗਜੀਵਨ ਦਾਤਾ ਪਾਇਆ। ਸ਼ਲੋਕ ਮਹਿਲਾ ਪਹਿਲਾ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖਟਿਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ। ਹਉ ਮੈਂ ਜੋ ਜੀਵ ਦੇ ਵਿੱਚ ਹੁੰਦੀ ਹੈ, ਮੈਂ ਦਾ ਖਿਆਲ ਆਪਣੀ ਹਸਤੀ ਨੂੰ ਉਸ ਪ੍ਰਮਾਤਮਾ ਦੀ ਹਸਤੀ ਨਾਲੋਂ ਅੱਡਰੀ ਜਾਣਨਾ, ਵੱਖਰੀ ਜਾਣਨਾ। ਗੁਰੂ ਸਾਹਿਬ ਕਹਿੰਦੇ ਜਦ ਤਾਈਂ ਜੀਵ ਹਉ ਵਿੱਚ ਹੈ, ਜਦੋਂ ਤੱਕ ਉਹ ਆਪਣੀ ਹਸਤੀ ਨੂੰ ਰੱਬ ਦੀ ਹਸਤੀ ਨਾਲੋਂ, ਉਹਦੀ ਬਣਾਈ ਕੁਦਰਤ ਨਾਲੋਂ ਵੱਖ ਕਰਕੇ ਜਾਣਦਾ, ਤਦ ਤਾਈਂ ਉਹ ਜਗਤ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਕਦੇ ਆ ਜਾਂਦਾ ਹੈ, ਕਦੇ ਚਲਾ ਜਾਂਦਾ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂੰਹ, ਕਦੇ ਜੰਮਦਾ ਕਦੇ ਮਰਦਾ। ਹਉ ਵਿੱਚ ਦਿੱਤਾ, ਹਉ ਵਿੱਚ ਲਿਆ। ਜੇ ਕਿਸੇ ਲੋੜਵੰਦ ਨੂੰ ਕੁਝ ਦੇ ਦੇਵੇ ਤਾਂ ਵੀ ਹਉ ਵਿੱਚ ਆਪਣੀ ਹਉਮੈ ਦੇ ਅਧੀਨ ਹੋ ਕੇ ਹੀ ਦਿੰਦਾ। ਕਿਸੇ ਲੋੜਵੰਦ ਨੂੰ ਕੁਝ ਦੇ ਕੇ ਆਪਣੇ ਅੰਦਰ ਮਾਣ ਜਿਹਾ ਮਹਿਸੂਸ ਕਰਦਾ ਕਿ ਮੈਂ ਕਿਸੇ ਦੀ ਮਦਦ ਕਰ ਦਿੱਤੀ। ਅਤੇ ਨਾਲ ਹੀ ਕਦੇ ਅਜਿਹਾ ਸਮਾਂ ਵੀ ਆ ਜਾਂਦਾ ਕਿ ਉਹਨੂੰ
ਖੁਦ ਨੂੰ ਲੋੜ ਪੈ ਜਾਵੇ, ਖੁਦ ਉਹ ਲੋੜਵੰਦ ਹੋ ਜਾਵੇ ਤੇ ਕਿਸੇ ਤੋਂ ਕੁਝ ਮੰਗਣਾ ਪੈ ਜਾਵੇ, ਫਿਰ ਵੀ ਹਉ ਵਿੱਚ ਹੀ ਹੁੰਦਾ ਹੈ। ਛੇਤੀ ਕੀਤਿਆਂ ਹੱਥ ਫੈਲਾਉਣ ਨੂੰ ਉਹਦਾ ਦਿਲ ਨਹੀਂ ਕਰਦਾ, ਹਉਮੈ ਨੂੰ ਠੇਸ ਪਹੁੰਚਦੀ ਹੈ। ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਇਸ ਮੈਂ ਦੇ ਖਿਆਲ ਦੇ ਵਿੱਚ ਕਦੇ ਉਹ ਕੁਝ ਖੱਟ ਲੈਂਦਾ, ਕਦੇ ਕੁਝ ਗਵਾ ਵੀ ਲੈਂਦਾ। ਹਉ ਵਿੱਚ ਸੱਚਿਆਰ ਕੁੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਜਿਤਨਾ ਚਿਰ ਜੀਵ ਮੇਰ ਤੇਰ ਵਾਲੀ ਹੱਦਬੰਦੀ ਵਿੱਚ ਹੈ, ਲੋਕਾਂ ਦੀਆਂ ਨਜ਼ਰਾਂ 'ਚ ਉਹ ਕਦੇ ਸੱਚਾ ਹੈ, ਕਦੇ ਝੂਠਾ ਹੈ। ਜਦ ਤਾਈਂ ਆਪਣੇ ਕਾਦਰ ਨਾਲੋਂ ਵੱਖਰੀ ਹੋਂਦ ਦੇ ਭਰਮ ਵਿੱਚ ਹੈ, ਤਦ ਤਾਈਂ ਆਪਣੇ ਕੀਤੇ ਪਾਪਾਂ ਤੇ ਪੁੰਨਾਂ ਦੀ ਗਿਣਤੀ ਗਿਣਦਾ ਰਹਿੰਦਾ ਹੈ, ਸੋਚਦਾ ਰਹਿੰਦਾ ਕਿ ਇਹ ਮੈਂ ਕੰਮ ਭਲੇ ਕੀਤੇ, ਇਹ ਮੈਂ ਕੰਮ ਮਾੜੇ ਕੀਤੇ, ਹਿਸਾਬ ਕਿਤਾਬ ਲਾਉਂਦਾ ਰਹਿੰਦਾ। ਹਉ ਵਿੱਚ ਨਰਕ ਸੁਰਗ ਅਵਤਾਰ, ਰੱਬ ਨਾਲ ਇੱਕ ਰੂਪ ਨਾ ਹੋਣ ਕਾਰਨ ਕਦੇ ਨਰਕ ਵਿੱਚ ਪੈਂਦਾ ਹੈ, ਕਦੇ ਸੁਰਗ ਵਿੱਚ ਪੈਂਦਾ ਹੈ। ਇੱਕੇ ਜੀਵਨ ਕਾਲ ਦੇ ਵਿੱਚ ਹੋਣ ਵਾਲੀਆਂ ਇਹਨਾਂ ਘਟਨਾਵਾਂ ਦੀ ਗੱਲ ਹੋ ਰਹੀ ਹੈ। ਇਹ ਸਾਰੀਆਂ ਘਟਨਾਵਾਂ ਜੋ ਗੁਰੂ ਸਾਹਿਬ ਦਰਸਾ ਰਹੇ ਨੇ ਇੱਕੇ ਜੀਵਨ ਕਾਲ ਦੇ ਵਿੱਚ ਨੇ, ਤੇ ਇੱਥੇ ਕਦੇ ਨਰਕ ਵਿੱਚ ਪੈਣਾ ਤੇ ਕਦੇ ਸੁਰਗ ਵਿੱਚ ਪੈਣਾ, ਭਾਵ ਕਿ ਕਦੇ ਦੁਖੀ ਹੋ ਜਾਣਾ ਤੇ ਕਦੇ ਖੁਸ਼ ਹੋ ਜਾਣਾ, ਕਦੇ ਆਪਣੇ ਆਪ ਨੂੰ ਮੁਸੀਬਤਾਂ ਦੇ ਵਿੱਚ ਘਿਰਿਆ ਹੋਇਆ ਪਾਉਣਾ ਤੇ ਕਦੇ ਉਤਲੀਆਂ ਹਵਾਵਾਂ ਦੇ ਵਿੱਚ ਉੱਡਦੇ ਹੋਏ ਮਹਿਸੂਸ ਕਰਨਾ। ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ। ਜਦੋਂ ਤੱਕ ਕਿ ਆਪਣੀ ਵੱਖਰੀ ਹੋਂਦ ਦੇ ਵਸ ਪਿਆ ਹੋਇਆ ਹੈ ਜੀਵ, ਕਦੇ ਹੱਸਦਾ ਕਦੇ ਰੋਂਦਾ। ਹੱਸਦਾ ਮਨੁੱਖ ਉਦੋਂ ਹੈ ਜਦੋਂ ਖੁਸ਼ ਹੋਵੇ, ਰੋਂਦਾ ਉਦੋਂ ਹੈ ਜਦੋਂ ਦੁਖੀ ਹੋਵੇ, ਭਾਵ ਕਿ ਕਦੇ ਦੁਖੀ ਹੈ ਕਦੇ ਸੁਖੀ ਹੈ। ਹਉ ਵਿੱਚ ਭਰੀ ਹੈ, ਹਉ ਵਿੱਚ ਧੋਵੈ। ਕਦੇ ਆਪਣੇ ਮਨ ਦਾ ਘੜਾ ਪਾਪਾਂ ਦੇ ਨਾਲ ਭਰ ਰਿਹਾ ਹੈ ਤੇ ਕਦੇ ਆਪਣੇ ਪਾਪਾਂ ਨੂੰ ਧੋ ਰਿਹਾ ਹੈ। ਹਉ ਵਿੱਚ ਜਾਤੀ ਜਨਸੀ ਖੋਵੈ, ਕਦੇ ਉਹ ਜਾਤ ਪਾਤ ਦੇ ਵਿੱਚ ਫਸਿਆ ਹੋਇਆ ਹੈ, ਆਪਣਾ ਆਪ ਵੀ ਗਵਾ ਲੈਂਦਾ ਹੈ ਇਸ ਖਿਆਲ ਦੇ ਵਿੱਚ ਕਿ ਮੈਂ ਉੱਚੀ ਜਾਤੀ ਦਾ ਵਾਸੀ ਹਾਂ, ਉੱਚੀ ਜਾਤੀ ਨਾਲ ਸੰਬੰਧ ਰੱਖਦਾ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉ ਮੈਂ ਕਰ ਕਰ ਜੰਤ ਉਪਾਇਆ। ਹਉ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤੇਹਾ ਵੇਖ। ਜਦੋਂ ਤੱਕ ਜੀਵ ਆਪਣੀ ਵੱਖਰੀ ਹੋਂਦ ਦੀ ਚਾਰ ਦੀਵਾਰੀ ਦੇ ਅੰਦਰ ਹੈ, ਲੋਕਾਂ ਦੀਆਂ ਨਜ਼ਰਾਂ 'ਚ ਕਦੇ ਮੂਰਖ ਗਿਣਿਆ ਜਾਂਦਾ, ਕਦੇ ਸਿਆਣਾ ਗਿਣਿਆ ਜਾਂਦਾ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣ। ਉਹ ਮੁਕਤੀ ਦੀ ਸਾਰ ਨਹੀਂ ਜਾਣ ਪਾਉਂਦਾ, ਮੋਖ ਮੁਕਤੀ ਦੀ ਸਮਝ ਉਹਨੂੰ ਨਹੀਂ ਪੈਂਦੀ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉ ਮੈਂ ਕਰ ਕਰ ਜੰਤ ਉਪਾਇਆ। ਜਦ ਤਾਈਂ ਰੱਬ ਤੋਂ ਵਿਛੋੜੇ ਦੀ ਹਾਲਤ ਵਿੱਚ ਹੈ, ਤਦ ਤਾਈਂ ਜੀਵ ਮਾਇਆ ਮਾਇਆ ਕੂਕਦਾ ਫਿਰਦਾ ਹੈ, ਤਦ ਤਾਈਂ ਉਸ ਉੱਤੇ ਮਾਇਆ ਦਾ ਛਾਇਆ ਵੀ ਹੈ, ਮਾਇਆ ਦਾ ਪ੍ਰਭਾਵ ਹੈ। ਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ। ਹਉਮੈ ਬੂਝੈ ਤਾਂ ਦਰ ਸੂਝੈ। ਜਦੋਂ ਇਹਨੂੰ ਹਉਮੈ ਦੀ ਸੂਝ ਹੋ ਜਾਵੇ, ਜਾਣੀ ਕਿ ਇਹਨੂੰ ਪਤਾ ਲੱਗ ਜਾਵੇ ਜੀਵ ਨੂੰ ਕਿ ਉਹ ਰੱਬ ਨਾਲੋਂ ਵਿਛੜਿਆ ਹੋਇਆ, ਕਿ ਉਹ ਆਪਣੀ ਹਸਤੀ ਨੂੰ ਕੁਦਰਤ ਨਾਲੋਂ ਵੱਖਰੀ ਕਰਕੇ ਜਾਣਦਾ ਪਿਆ, ਭਾਵ ਕਿ ਜਦੋਂ ਜੀਵ ਨੂੰ ਇਹ ਖਿਆਲ ਹੋ ਜਾਵੇ ਕਿ ਉਹ ਹਉਮੈ ਦੇ ਅਧੀਨ ਹੈ, ਤਾਂ ਦਰ ਸੂਝੈ। ਤਦੋਂ ਰੱਬ ਨਾਲ ਮਿਲਾਪ ਦਾ ਦਰਵਾਜ਼ਾ ਇਹਨੂੰ ਲੱਭ ਪੈਂਦਾ। ਗਿਆਨ ਵਿਹੂਣਾ ਕਥ ਕਥ ਲੂਝੈ। ਤੇ ਇਸ ਗਿਆਨ ਤੋਂ ਸੱਖਣਾ ਮਨੁੱਖ, ਜਿਹੜੇ ਮਨੁੱਖ ਨੂੰ ਇਹ ਗਿਆਨ ਹੀ ਨਹੀਂ ਕਿ ਉਹ ਹਉਮੈ ਦੇ ਵਿੱਚ ਫਸਿਆ ਹੋਇਆ ਹੈ, ਉਹ ਐਵੇਂ ਗਿਆਨ ਦੀਆਂ ਗੱਲਾਂ ਕਰ ਕਰਕੇ ਸਗੋਂ ਆਪਣੇ ਅੰਦਰ ਨੂੰ ਹੀ ਲੂੰਹਦਾ ਹੈ। ਲੂੰਹਦਾ ਕਿਉਂ ਹੈ? ਕਿਉਂਕਿ ਖੁਦ ਨੂੰ ਗਿਆਨ ਹੈ ਨਹੀਂ ਕਿ ਉਹਦੇ ਅੰਦਰ ਹਉਮੈ ਵਸੀ ਹੋਈ ਹੈ, ਪਰ ਲੋਕਾਂ ਨੂੰ ਗਿਆਨ ਵੰਡਦਾ ਫਿਰਦਾ ਹੈ। ਕਿਤੇ ਨਾ ਕਿਤੇ ਤੇ ਉਹਦਾ ਅੰਤਰਾਤਮਾ ਇਹ ਗੱਲ ਕਹਿੰਦਾ ਹੈ ਕਿ ਖੁਦ ਨੂੰ ਤੈਨੂੰ ਪਤਾ ਨਹੀਂ, ਦੂਜਿਆਂ ਨੂੰ ਤੂੰ ਸਿਖਾਉਂਦਾ ਫਿਰਦਾ। ਅੰਦਰ ਉਹ ਸਟਰਗਲ ਕਿਤੇ ਨਾ ਕਿਤੇ, ਉਹਦੇ ਝਗੜਾ ਕਿਤੇ ਨਾ ਕਿਤੇ ਚੱਲਦਾ ਰਹਿੰਦਾ, ਜਿਹੜਾ ਉਹਨੂੰ ਅੰਦਰੇ ਅੰਦਰ ਲੂੰਹਦਾ, ਉਹਨੂੰ ਖਾਂਦਾ। ਸੋ ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ। ਹੇ ਨਾਨਕ, ਜੀਵ ਜਿਵੇਂ ਜਿਵੇਂ ਵੇਖਦੇ ਹਨ ਤੇ ਉਹ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ। ਜਾਣੀ ਕਿ ਜਿਸ ਨੀਤ ਦੇ ਨਾਲ, ਜਿਸ ਨੀਅਤ ਨਾਲ ਉਹ ਦੂਸਰੇ ਮਨੁੱਖਾਂ ਨੂੰ ਵੇਖਦੇ ਨੇ, ਉਹੋ ਜਿਹੇ ਉਹਨਾਂ ਦਾ ਆਪਣਾ ਸੁਭਾਅ ਬਣੇ,
ਉਹੋ ਜਿਹੇ ਸੰਸਕਾਰ ਉਹਨਾਂ ਦੇ ਆਪਣੇ ਅੰਦਰ ਇਕੱਠੇ ਹੋਈ ਜਾਂਦੇ। ਪਰ ਇਹ ਲੇਖ ਵੀ ਰੱਬ ਦੇ ਹੁਕਮ ਵਿੱਚ ਹੀ ਲਿਖਿਆ ਜਾਂਦਾ ਹੈ। ਰੱਬ ਦੇ ਹੁਕਮ ਅਧੀਨ ਹੀ ਹੈ ਕਿ ਕਿਹੜਾ ਮਨੁੱਖ ਹਉਮੈ ਦੇ ਵਿੱਚ ਫਸਿਆ ਰਹੇਗਾ, ਕਿਹੜਾ ਇਸ ਤੋਂ ਮੁਕਤੀ ਹਾਸਲ ਕਰ ਲਵੇਗਾ। ਮਹਿਲਾ ਦੂਜਾ ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਈ ਬੰਧਨਾ ਫਿਰ ਫਿਰ ਜੋਨੀ ਪਾਹੇ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ, ਹਉਮੈ ਇਹੋ ਹੁਕਮ ਹੈ ਪਈਐ ਕਿਰਤ ਫਿਰਾਹੇ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੈ ਜਨੋ, ਇਤ ਸੰਜਮ ਦੁਖ ਜਾਹੇ। ਹਉਮੈ ਇਹਾ ਜਾਤ ਹੈ, ਜਾਤ ਤੋਂ ਭਾਵ ਸੁਭਾਅ। ਹਉਮੈ ਦਾ ਸੁਭਾਅ ਇਹੀ ਹੈ, ਹਉਮੈ ਕਰਮ ਕਮਾਹੇ, ਕਿ ਹਉਮੈ ਮਨੁੱਖ ਨੂੰ ਉਹਨਾਂ ਕੰਮਾਂ ਵੱਲ ਹੀ ਪ੍ਰੇਰਿਤ ਕਰਦੀ ਹੈ ਜਿਨ੍ਹਾਂ ਦੇ ਨਾਲ ਹਉਮੈ ਬਣੀ ਰਹੇ, ਪ੍ਰਬਲ ਹੁੰਦੀ ਰਹੇ, ਬਲਵਾਨ ਹੁੰਦੀ ਰਹੇ। ਕਿ ਜਿਹੜਾ ਜੀਵ ਹਉਮੈ ਦੇ ਅਧੀਨ ਆ ਗਿਆ, ਇੱਕ ਵਾਰ ਜੇ ਥੋੜ੍ਹਾ ਜਿਹਾ ਵੀ ਆ ਗਿਆ ਤਾਂ ਹਉਮੈ ਉਦੋਂ ਬਾਅਦ ਆਪਣਾ ਕੰਮ ਆਪ ਹੀ ਕਰ ਲੈਂਦੀ ਹੈ। ਉਸ ਤੋਂ ਬਾਅਦ ਉਹ ਜੀਵ ਨੂੰ ਉੱਧਰ ਨੂੰ ਪ੍ਰੇਰਿਤ ਕਰੇਗੀ, ਅਜਿਹੇ ਕੰਮ ਕਰਨ ਦੇ ਲਈ ਪ੍ਰੇਰਿਤ ਕਰੇਗੀ ਕਿ ਜਿਨ੍ਹਾਂ ਦੇ ਨਾਲ ਹਉਮੈ ਨੂੰ ਹੋਰ ਬਲ ਮਿਲੇ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਹੇ। ਹਉਮੈ ਦੇ ਬੰਧਨ ਵੀ ਇਹੀ ਨੇ ਕਿ ਜੀਵ ਮੁੜ ਮੁੜ ਜੂਨਾਂ ਵਿੱਚ ਪੈਂਦੇ ਹਨ। ਜਿਹੜੇ ਜੀਵ ਹਉਮੈ ਦੇ ਅਧੀਨ ਆ ਕੇ ਆਪਣੇ ਜੀਵਨ ਦੇ ਕੰਮ ਕਰਦੇ ਨੇ, ਕਾਰਜ ਕਰਦੇ ਨੇ, ਮੁੜ ਮੁੜ ਜੂਨਾਂ ਦੇ ਵਿੱਚ ਪੈਂਦੇ ਰਹਿੰਦੇ ਨੇ। ਅੱਗੇ ਗੁਰੂ ਸਾਹਿਬ ਇੱਕ ਸਵਾਲ ਪੁੱਛਦੇ ਨੇ, ਕਹਿੰਦੇ ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ, ਕਿ ਇਹ ਵੱਖਰੀ ਹਸਤੀ ਦਾ ਭਰਮ ਮਨੁੱਖ ਦੇ ਵਿੱਚ ਪੈਦਾ ਕਿੱਥੋਂ ਹੁੰਦਾ ਤੇ ਕਿਹੜੇ ਤਰੀਕੇ ਨਾਲ ਇਹ ਦੂਰ ਕੀਤਾ ਜਾ ਸਕਦਾ। ਅੱਗੇ ਜਵਾਬ ਵੀ ਦਿੰਦੇ ਨੇ, ਕਹਿੰਦੇ ਹਉਮੈ ਇਹੋ ਹੁਕਮ ਹੈ ਪਈਐ ਕਿਰਤ ਫਿਰਾਹੇ। ਇਹ ਰੱਬ ਦਾ ਹੁਕਮ ਹੈ। ਜੀਵ ਆਪਣੇ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵੱਲ ਦੌੜਦੇ ਨੇ ਜਿਨ੍ਹਾਂ ਦੇ ਨਾਲ ਕਿ ਉਹਦੀ ਪਹਿਲੀ ਜੋ ਸ਼ਖਸੀਅਤ ਬਣੀ ਆ ਉਹ ਕਾਇਮ ਰਹਿ ਸਕੇ। ਇੱਕ ਕਾਰਨ ਤੇ ਇਹ ਵੀ ਹੈ ਕਿ ਜੋ ਕੰਮ ਤੁਸੀਂ ਪਹਿਲਾਂ ਕੀਤਾ ਹੋਇਆ ਹੈ ਉਸ ਕੰਮ ਤੋਂ ਤੁਸੀਂ ਜਾਣੂ, ਤੁਹਾਨੂੰ ਪਤਾ ਹੈ ਕਿ ਉਹ ਕੰਮ ਕਿਵੇਂ ਕਰਨਾ ਹੈ, ਤੁਹਾਨੂੰ ਇਹ ਵੀ ਪਤਾ ਹੈ ਕਿ ਉਸ ਕੰਮ ਦਾ ਨਤੀਜਾ ਕਿਹੋ ਜਿਹਾ ਹੋਵੇਗਾ। ਕੋਈ ਅਨਸਰਟਨਟੀ ਨਹੀਂ, ਅਨਿਸ਼ਚਿਤਤਾ ਨਹੀਂ। ਤੁਹਾਨੂੰ ਇਹ ਵੀ ਪਤਾ ਕਿ ਕਰਨਾ ਕਿਵੇਂ ਹੈ ਅਤੇ ਤੁਹਾਨੂੰ ਇਹ ਵੀ ਪਤਾ ਕਿ ਉਹਦਾ ਨਤੀਜਾ ਕਿਹੋ ਜਿਹਾ ਨਿਕਲਣਾ। ਤੁਸੀਂ ਉਹੀ ਕੰਮ ਵਾਰ-ਵਾਰ ਕਰਨ ਦੀ ਕੋਸ਼ਿਸ਼ ਕਰਦੇ ਹੋ। ਮਨੁੱਖ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਬਦਲਾਅ ਨਾ ਆਵੇ। ਜਿਵੇਂ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਜੋ ਚੇਂਜ ਹੈ, ਬਦਲਾਅ ਹੈ, ਹਾਲਾਂਕਿ ਕੁਦਰਤ ਦਾ ਨਿਯਮ ਹੈ, ਪਰ ਔਖਾ ਜ਼ਰੂਰ ਲੱਗਦਾ। ਕੋਈ ਵੀ ਬਦਲਾਅ ਕਿਸੇ ਨੂੰ ਔਖਾ ਜ਼ਰੂਰ, ਮਨੁੱਖ ਚਾਹੁੰਦਾ ਕਿ ਉਹਦੀ ਜ਼ਿੰਦਗੀ ਜੋ ਹੈ ਜਿਵੇਂ ਦੀ ਚੱਲ ਰਹੀ ਹੈ ਉਸੇ ਢੰਗ ਤਰੀਕੇ ਦੇ ਨਾਲ ਚੱਲਦੀ ਰਹੇ, ਉਹਨੂੰ ਕੁਝ ਵੱਖਰਾ ਨਾ ਕਰਨਾ ਪਵੇ। ਹਾਂ, ਹਾਲਾਤ ਜ਼ਰੂਰ ਸੁਧਰ ਜਾਣ, ਇਹ ਕਿਤੇ ਨਾ ਕਿਤੇ ਉਹਦੇ ਅੰਦਰ ਕਾਮਨਾ ਜ਼ਰੂਰ। ਪਰ ਜੋ ਵੀ ਹੈ, ਇਹ ਜੋ ਹਉਮੈ, ਇਹ ਜੋ ਵੱਖਰੀ ਹਸਤੀ ਵਾਲਾ ਜੋ ਵਿਚਾਰ ਹੈ ਮਨੁੱਖ ਦੇ ਮਨ ਵਿੱਚ, ਪਰਮਾਤਮਾ ਦੇ ਹੁਕਮ ਨਾਲ ਹੀ ਆਉਂਦਾ ਹੈ। ਅਤੇ ਜਿਹੋ ਜਿਹੇ ਕੰਮ ਜੀਵ ਕਰਦਾ ਆਇਆ ਹੈ ਉਹੋ ਜਿਹੇ ਹੀ ਕੰਮ ਉਹ ਕਰਨ ਵੱਲ ਦੌੜਦਾ ਹੈ। ਹਉਮੈ ਇਹੋ ਹੁਕਮ ਹੈ ਪਈਐ ਕਿਰਤ ਫਿਰਾਹੇ, ਹਉਮੈ ਦੀਰਘ ਰੋਗ ਹੈ ਦਾਰੂ ਪੀਏ ਸਮਾਹੇ। ਹਉਮੈ ਇੱਕ ਲੰਬਾ ਰੋਗ ਹੈ ਪਰ ਇਹ ਲਾ ਇਲਾਜ ਨਹੀਂ। ਦਾਰੂ ਪੀਏ ਸਮਾਹੇ ਤੋਂ ਭਾਵ ਇਹ ਨਹੀਂ ਕਿ ਹਉਮੈ ਦੀ ਜੋ ਦਾਰੂ ਹੈ, ਜੋ ਦਵਾ ਹੈ, ਉਹ ਵੀ ਇਹਦੇ ਵਿੱਚ ਹੀ ਹੈ। ਨਹੀਂ, ਭਾਵ ਸਿਰਫ ਇੰਨਾ ਹੈ ਕਿ ਇਹ ਰੋਗ ਲੰਮਾ ਹੈ ਪਰ ਇਹਦੀ ਦਾਰੂ ਵੀ ਹੈਗੀ ਹੈ, ਇਹਦਾ ਇਲਾਜ ਵੀ ਹੈਗਾ। ਇਹ ਲਾ ਇਲਾਜ ਨਹੀਂ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜੇ ਪ੍ਰਮਾਤਮਾ ਆਪਣੀ ਕਿਰਪਾ ਜੀਵ ਦੇ ਉੱਪਰ ਕਰੇ ਤਾਂ ਜੀਵ ਗੁਰੂ ਦਾ ਸ਼ਬਦ ਕਮਾਉਂਦੇ ਹਨ। ਸ਼ਬਦ ਕਮਾਉਂਦੇ ਹਨ ਭਾਵ ਗੁਰੂ ਦੀ ਸਿੱਖਿਆ ਹਾਸਲ ਕਰਦੇ ਹਨ। ਨਾਨਕ ਕਹੈ ਸੁਣੈ ਜਨੋ ਇਤ ਸੰਜਮ ਦੁੱਖ ਜਾਹੇ। ਨਾਨਕ ਆਖਦਾ ਹੈ, ਹੇ ਲੋਕੋ, ਇਸ ਤਰੀਕੇ ਨਾਲ ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਦੁੱਖ ਦੂਰ ਹੋ ਜਾਂਦੇ ਜਦੋਂ ਜੀਵ ਗੁਰੂ ਦਾ ਸ਼ਬਦ ਕਮਾ ਲੈਂਦਾ ਹੈ। ਅਤੇ ਗੁਰੂ ਦਾ ਸ਼ਬਦ ਪ੍ਰਭੂ ਦੀ ਮਿਹਰ ਦੇ ਨਾਲ ਕਮਾਉਂਦਾ ਹੈ। ਪ੍ਰਭੂ ਦੀ ਮਿਹਰ, ਪ੍ਰਭੂ ਦੇ ਆਪਣੇ ਹੁਕਮ ਦੇ
ਅਨੁਸਾਰ ਹੀ ਜੀਵ ਦੇ ਉੱਪਰ ਹੁੰਦੀ ਹੈ। ਸੋ ਹਉਮੈ ਦਾ ਰੋਗ ਵੀ ਜੀਵ ਨੂੰ ਉਹਦੇ ਹੁਕਮ ਅਨੁਸਾਰ ਲੱਗਦਾ ਹੈ, ਉਹਦੀ ਦਬਾ ਵੀ ਉਹਦੇ ਹੁਕਮ ਅਨੁਸਾਰ ਹੀ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 466ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅਸੀਂ ਇੱਕ ਤੇ ਜੋ ਝਗੜਾ ਕਿ ਮੌਤ ਤੋਂ ਬਾਅਦ ਜੀਵ ਦੇ ਨਾਲ ਕੀ ਹੁੰਦਾ ਹੈ ਅਤੇ ਜੋ ਮਾੜਾ ਹੁੰਦਾ ਉਹਦੇ ਤੋਂ ਬਚਣ ਦੇ ਲਈ ਕੀ ਕਰਨਾ ਹੈ। ਵੱਖ ਵੱਖ ਧਰਮ ਦੀ ਆਪਣੀ ਫਿਲਾਸਫੀ, ਗੁਰੂ ਸਾਹਿਬ ਨੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਸਾਨੂੰ ਦੱਸ ਦਿੱਤੀ ਕਿ ਇਹ ਝਗੜਾ ਵਿਅਰਥ ਹੈ। ਅਸਲ ਦੇ ਵਿੱਚ ਇਸ ਖੇਡ ਨੂੰ ਉਹ ਪਰਮਾਤਮਾ ਆਪ ਹੀ ਜਾਣਦਾ ਹੈ ਜਿਹਨੇ ਇਹ ਖੇਡ ਤਿਆਰ ਕੀਤੀ। ਅਤੇ ਦੂਸਰੀ ਜੋ ਵੱਡੀ ਗੱਲ ਹਉਮੈ ਵਾਲੀ, ਅਸੀਂ ਇਹ ਜਾਣਿਆ ਕਿ ਹਉਮੈ ਦੇ ਕਾਰਨ ਕਿ ਆਪਣੀ ਇੱਕ ਵੱਖਰੀ ਹਸਤੀ ਜਦੋਂ ਮਨੁੱਖ ਸਮਝਦਾ ਇਸ ਕੁਦਰਤ ਦੇ ਨਾਲੋਂ, ਤਾਂ ਕੀ ਕੀ ਉਹਨੂੰ ਕਰਨਾ ਪੈਂਦਾ, ਕੀ ਕੀ ਝੱਲਣਾ ਵੀ ਪੈਂਦਾ ਆਤਮਿਕ ਤੌਰ ਦੇ ਉੱਪਰ। ਕਦੇ ਉਹ ਮੁੜ ਮੁੜ ਜੰਮਦਾ ਮਰਦਾ, ਕਦੇ ਹੱਸਦਾ, ਕਦੇ ਰੋਂਦਾ ਹੈ, ਕਦੇ ਕੁਝ ਖੱਟਦਾ ਹੈ, ਕਦੇ ਗਵਾਉਂਦਾ ਹੈ, ਕਦੇ ਕਿਸੇ ਲੋੜਵੰਦ ਦੀ ਉਹ ਮਦਦ ਕਰਦਾ ਹੈ, ਕਦੇ ਖੁਦ ਲੋੜਵੰਦ ਵੀ ਹੋ ਜਾਂਦਾ ਹੈ। ਇਹ ਸਾਰਾ ਕੁਝ ਤਾਂ ਫਿਰ ਸਵਾਲ ਪੈਦਾ ਹੋਇਆ ਕਿ ਇਹ ਹਉਮੈ ਪੈਦਾ ਕਿਵੇਂ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੁੰਦੀ। ਫਿਰ ਅਗਲਾ ਹੀ ਸਵਾਲ ਕਿ ਫਿਰ ਇਹ ਜਾਂਦੀ ਕਿਵੇਂ ਹੈ, ਇਹਦਾ ਹੱਲ ਕੀ ਹੈ। ਤਾਂ ਹੱਲ ਵੀ ਉਹ ਪਰਮਾਤਮਾ ਕੋਲ ਹੀ ਹੈ। ਉਹ ਆਪਣੀ ਮਿਹਰ ਕਰੇ ਅਤੇ ਜੀਵ ਦੇ ਵਿੱਚੋਂ ਹਉਮੈ ਦੂਰ ਹੋ ਜਾਂਦੀ ਹੈ। ਗੁਰੂ ਦਾ ਸ਼ਬਦ ਜੀਵ ਕਮਾਉਂਦਾ ਹੈ ਅਤੇ ਉਸ ਸ਼ਬਦ ਦੀ ਬਰਕਤ ਦੇ ਨਾਲ ਹਉਮੈ ਨੂੰ ਦੂਰ ਕਰ ਲੈਂਦਾ ਹੈ। ਸੋ ਆਓ ਉਸ ਪਰਮਾਤਮਾ ਦੇ ਅੱਗੇ ਅਸੀਂ ਅਰਦਾਸ ਕਰੀਏ, ਕਰਦੇ ਰਹੀਏ ਕਿ ਸਾਡੇ 'ਤੇ ਉਹ ਆਪਣੀ ਕਿਰਪਾ, ਆਪਣੀ ਮਿਹਰ ਇਸੇ ਪ੍ਰਕਾਰ ਬਣਾਈ ਰੱਖੇ। ਹਉਮੈ ਵਰਗੇ ਲੰਮੇ ਰੋਗ ਤੋਂ ਜੇ ਅਸੀਂ ਨਿਜਾਤ ਨਹੀਂ ਪਾਈ ਤੇ ਪਾ ਲਈਏ, ਅਤੇ ਜੇ ਪਾਈ ਹੈ ਤੇ ਪਰਮਾਤਮਾ ਇਹਦੇ ਤੋਂ ਸਾਨੂੰ ਬਚਾਈ ਰੱਖੇ। ਇਸੇ ਹੀ ਅਰਦਾਸ ਬੇਨਤੀ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।